ਇਹ ਜੋ ਗੁਰੂ ਹਰਗੋਬਿੰਦ ITI ਹੈ, ਇਹਦੀ ਸਟੈਬਲਿਸ਼ਮੈਂਟ ਅਸੀਂ ਤਕਰੀਬਨ 2010 ਦੇ ਵਿੱਚ ਕੀਤੀ ਸੀ। ਇੱਥੇ ਤਕਰੀਬਨ ਸਾਰੇ ਕੋਰਸ ਹੀ ਕਿੱਤਾਮੁਖੀ ਕੋਰਸ ਚਲਾਏ ਜਾਂਦੇ ਨੇ ਔਰ ਬਹੁਤ ਸਾਰੇ ਬੱਚੇ ਇੱਥੋਂ ਪਾਸ ਆਊਟ ਹੋ ਕੇ ਜਾ ਚੁੱਕੇ ਨੇ। ਇਹ ਸਾਰੇ ਦੇ ਸਾਰੇ ਕੋਰਸ NCVT ਭਾਰਤ ਸਰਕਾਰ ਵੱਲੋਂ ਅਤੇ SCVT ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨੇ। ਮੈਂ ਤੁਹਾਨੂੰ ਸਪੈਸ਼ਲੀ ਇਮਾਰਤ ਵੱਲ ਧਿਆਨ ਦਿਵਾਉਣਾ ਚਾਹੁੰਦਾ ਕਿ ਸਾਡੀ ITI ਜਿਹੜੀ ਇਮਾਰਤ ਹੈ ਫੁੱਲੀ ਵੈਂਟੀਲੇਟਡ ਹੈ। ਬੱਚਿਆਂ ਦੇ ਲਈ ਬੈਠਣ ਲਈ ਬਹੁਤ ਅੱਛਾ ਅਰੇਂਜਮੈਂਟ ਹੈ। ਇਲੈਕਟ੍ਰੀਸਿਟੀ ਦਾ 24 ਆਵਰ ਦਾ ਪ੍ਰਬੰਧ ਹੈ ਔਰ ITI ਦਾ ਜਨਰੇਟਰ ਸਪੈਸ਼ਲ 24 ਆਵਰ ਜਨਰੇਟਰ ਸਰਵਿਸ ਦਿੰਦੀ ਹੈ ਔਰ ਟਰਾਂਸਫਾਰਮ ਨਿੱਜੀ ਤੌਰ 'ਤੇ ਆਪਣਾ ਲੱਗਿਆ ਹੋਇਆ ਹੈ, ਜਿੰਦਾ ਕਿ ਲੋਡ 53 ਕਿਲੋਵਾਟ ਹੈ, ਕਿਉਂਕਿ ਸਾਰਾ ਮਸ਼ੀਨਰੀ 'ਤੇ ਵਰਕ ਹੁੰਦਾ ਹੈ ਤਾਂ ਕਿ ਬੱਚੇ ਕੰਮ ਕਰਦੇ ਹੋਏ ਬੱਚਿਆਂ ਨੂੰ ਲੋਡ ਦੀ ਪ੍ਰੋਬਲਮ ਨਾ ਆਵੇ। RO ਸਿਸਟਮ ਦੀ ਸੁਵਿਧਾ ਹੈ, ਵਾਟਰ ਕੂਲਰ ਦੀ ਸੁਵਿਧਾ ਹੈ, ਸਾਈਕਲ ਸਕੂਟਰ ਬਾਈਕਸ ਦੀ ਪਾਰਕਿੰਗ ਵਾਸਤੇ ਬਹੁਤ ਅੱਛਾ ਅਰੇਂਜਮੈਂਟ ਹੈ। ਬੱਚਿਆਂ ਦੇ ਵਾਸਤੇ ਪਲੇਗਰਾਊਂਡ ਬਣਿਆ ਹੋਇਆ ਹੈ। ਬॉयज़ ਗਰਲਜ਼ ਵਾਸਤੇ ਅਲੱਗ-ਅਲੱਗ ਟਾਇਲਟ ਬਲਾਕ ਬਣੇ ਹੋਏ ਨੇ। ਹਰ ਸਟਰੀਮ ਦੀ ਫੁੱਲੀ ਫੈਸਿਲਿਟੀ ਹੈ ਔਰ ਸਭ ਤੋਂ ਵੱਡੀ ਚੀਜ਼ ਕਿਸੇ ਵੀ ਸੰਸਥਾ ਲਈ ਜੋ ਬਹੁਤ ਜ਼ਰੂਰੀ ਹੁੰਦੀ ਹੈ ਉਹ ਹੁੰਦਾ ਉੱਥੋਂ ਸਟਾਫ, ਜਿਸ ਨੇ ਕਿ ਬੱਚਿਆਂ ਦੇ ਉੱਪਰ ਵਰਕ ਕਰਨਾ, ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਉਣਾ ਹੈ ਕਿ ਤੁਸੀਂ ਕੰਮ ਕਿਸ ਤਰ੍ਹਾਂ ਕਰਨਾ ਹੈ। ਸਾਡੇ ਕੋਲ ਫੁੱਲੀ ਕੁਆਲੀਫਾਈਡ ਸਟਾਫ ਹੈ ਔਰ ਸਾਡੇ ਕੋਲ ਬਹੁਤ ਸਾਰੇ ਸਟਾਫ ਮੈਂਬਰ ਇਹੋ ਜਿਹੇ ਨੇ ਸੰਸਥਾ ਦੇ ਵਿੱਚ ਕਿ ਜਿਹੜੇ ਸਾਡੇ 2010 ਤੋਂ ਲੈ ਕੇ ਸਾਡੀ ਸੰਸਥਾ ਦੇ ਨਾਲ ਹੀ ਜੁੜੇ ਹੋਏ ਹਨ ਔਰ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ਇੱਥੋਂ ਕਰਕੇ ਬੜਾ ਅੱਛਾ ਐਸਟੈਬਲਿਸ਼ ਹੋ ਚੁੱਕੇ ਨੇ। ਕੋਈ ਗੌਰਮੈਂਟ ਸੈਕਟਰ ਦੇ ਵਿੱਚ ਚਲਾ ਗਿਆ ਹੈ, ਬੜੀ ਅੱਛੀਆਂ ਜੌਬਸ ਦੇ ਵਿੱਚ ਹੈਗਾ, ਕੋਈ ਕਿਸੇ ਨੇ ਪ੍ਰਾਈਵੇਟ ਆਪਣਾ ਬਿਜ਼ਨਸ ਬਹੁਤ ਅੱਛਾ ਕਰ ਰਿਹਾ ਔਰ ਸਪੈਸ਼ਲੀ ਜਿਸ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿਉਂਕਿ ਆਪਣੇ ਪੰਜਾਬ ਦਾ ਕਲਚਰ ਮੋਸਟਲੀ ਫੋਰਨ ਨੂੰ ਮੂਵ ਹੋ ਰਿਹਾ ਹੈ। ਬਹੁਤ ਸਾਰੇ ਬੱਚੇ ਜਿਹੜੇ ITI ਦਾ ਕੋਰਸ ਕਰਕੇ ਇਸ ਕਿੱਤੇ ਦੇ ਨਾਲ ਸੰਬੰਧਿਤ ਕੰਮ ਹੀ ਜਿਹੜਾ ਹੈਗਾ ਵਿਦੇਸ਼ ਦੇ ਵਿੱਚ ਕਰ ਰਹੇ ਨੇ ਔਰ ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਨੌਕਰੀਆਂ ਕਰਦੇ ਨੇ ਉਹਦੇ ਨਾਲੋਂ ਬਹੁਤ ਅੱਛਾ ਇਸ ਬੇਸ 'ਤੇ ਕਮਾ ਰਹੇ, ਕਿਉਂਕਿ ਸਕਿਲਡ ਬੇਸ ਕੋਰਸ ਹੈ। ਤੁਸੀਂ ਆਮ ਮੋਸਟਲੀ ਵੇਖਿਆ ਹੋਣਾ ਅਖਬਾਰਾਂ ਦੇ ਵਿੱਚ ਕਈ ਵਾਰੀ ਐਡ ਆਉਂਦੀ ਹੈ, ਪਲੰਬਰ ਰਿਕੁਆਇਰਡ, ਵੈਲਡਰ ਰਿਕੁਆਇਰਡ, ਇਲੈਕਟ੍ਰੀਸ਼ੀਅਨ ਰਿਕੁਆਇਰਡ, ਮਕੈਨਿਕ ਡੀਜ਼ਲ ਰਿਕੁਆਇਰਡ, ਕੰਪਿਊਟਰ ਆਪਰੇਟਰ ਰਿਕੁਆਇਰਡ, ਕਿਉਂਕਿ ਜਿਹੜੇ ਸਕਿਲਡ ਕੋਰਸਿਸ ਨੇ ਇਹ ਸਾਰੇ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਮੰਗ ਹੈਗੀ ਹੈ। ਹੁਣ ਮੈਂ ਤੁਹਾਨੂੰ ਥੋੜ੍ਹਾ ਕੋਰਸਾਂ ਬਾਰੇ ਡਿਟੇਲ ਦੱਸਦਾ। ਆਪਣੀ ਸੰਸਥਾ ਦੇ ਵਿੱਚ ਇੱਕ ਕੋਪਾ ਦਾ ਕੋਰਸ ਕਰਾਇਆ ਜਾਂਦਾ ਜੋ ਕੰਪਿਊਟਰ ਦੇ ਨਾਲ ਸੰਬੰਧਿਤ ਹੈ। ਇਹ ਕੋਰਸ ਕਰਕੇ ਬੱਚੇ ਜਿੰਨੇ ਵੀ ਸਰਕਾਰੀ ਅਦਾਰੇ ਨੇ ਹਰ ਜਗ੍ਹਾ ਵਾਸਤੇ ਐਲੀਜੀਬਲ ਨੇ, ਕਿਉਂਕਿ ਹੁਣ ਤੱਕ ਕੋਈ ਵੀ ਅਦਾਰਾ ਨਹੀਂ ਬਚਿਆ ਜਿਸ ਦੇ ਵਿੱਚ ਕੰਪਿਊਟਰ ਦੀ ਲੋੜ ਨਾ ਪਵੇ। ਈਵਨ ਦੈਨ ਤੁਸੀਂ ਦੇਖੋ ਪਹਿਲਾਂ ਬੈਂਕਾਂ ਦੇ ਵਿੱਚ ਲੋੜ ਹੁੰਦੀ ਸੀ, ਹੁਣ DC ਆਫਿਸ ਹੋ ਗਿਆ, SSP ਆਫਿਸ ਹੋ ਗਿਆ, ਪੁਲਿਸ ਡਿਪਾਰਟਮੈਂਟ ਹੋ ਗਿਆ, ਸਿਵਲ ਹਸਪੀਟਲ ਹੋ ਗਿਆ, ਐਨੀਵੇ ਕਿਸੇ ਡਿਪਾਰਟਮੈਂਟ ਨਾਲ ਧਿਆਨ ਤੁਸੀਂ ਕਰ ਲਓ, ਕੰਪਿਊਟਰ ਪਿੱਟ ਦੀ ਹਰ ਜਗ੍ਹਾ ਹੀ ਲੋੜ ਹੈ। ਔਰ ਜਿੰਨੀਆਂ ਵੀ ਪੋਸਟਾਂ ਨਿਕਲਦੀਆਂ ਚਾਹੇ ਉਹ ਮੈਟ੍ਰਿਕ ਬੇਸ ਨਿਕਲਣ, ਚਾਹੇ ਉਹ +2 ਬੇਸ ਨਿਕਲਣ, ਚਾਹੇ ਉਹ ਗ੍ਰੈਜੂਏਸ਼ਨ ਬੇਸ ਨਿਕਲਣ, ਉਹਦੇ ਵਿੱਚ ਨਾਲ 1 ਸਾਲ ਦੀ ਕੰਪਿਊਟਰ ਦਾ ਕੋਰਸ ਮੰਗਿਆ ਜਾਂਦਾ ਔਰ ਜਿਹਦੇ ਵਿੱਚ ਸਾਡੇ ITI ਦੇ ਕੋਰਸ ਦੀ ਸਭ ਤੋਂ ਵੱਧ ਮਾਨਤਾ ਹੈ। ਔਰ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਇੱਥੇ ਫਿਰੋਜ਼ਪੁਰ DC ਆਫਿਸ ਦੇ ਵਿੱਚ ਵੀ ਜੌਬ ਕਰ ਰਹੇ ਨੇ, ਬਹੁਤ ਸਾਰੇ ਬੱਚੇ MES ਜੌਬ ਕਰ ਰਹੇ ਨੇ, ਬਹੁਤ ਸਾਰੇ ਬੱਚੇ ਸਿਵਲ ਹਸਪੀਟਲ ਜਾਂ ਰੇਲਵੇ ਵਿੱਚ ਵੀ ਜੌਬ ਕਰ ਰਹੇ ਨੇ। ਉਸ ਤੋਂ ਇਲਾਵਾ ਸਾਡੇ ਕੋਲ ਇੱਕ ਕੋਰਸ ਹੈਗਾ ਮਕੈਨਿਕ ਡੀਜ਼ਲ ਦਾ। ਮਕੈਨਿਕ ਡੀਜ਼ਲ ਭਾਵ ਜਿਹਦੇ ਵਿੱਚ ਟੋਟਲ ਮਸ਼ੀਨਰੀ ਜਿਹੜੀ ਟਰੱਕ, ਬੱਸ, ਸਕੂਟਰ, ਮੋਟਰਸਾਈਕਲ, ਕਾਰ ਦੇ ਵਿੱਚ ਯੂਜ਼ ਹੁੰਦੀ ਹੈ, ਇਹਨਾਂ ਸੰਬੰਧਿਤ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਬਹੁਤ ਟ੍ਰੇਨਡ ਸਟਾਫ ਬੱਚਿਆਂ ਨੂੰ ਬੜੇ ਤਰੀਕੇ ਦੇ ਨਾਲ ਇਹ ਕੰਮ ਕਰਵਾਉਂਦਾ ਹੈ। ਸਾਡਾ ਹੁਣ ਤੱਕ ਦਾ ਨਤੀਜਾ ਜਿੰਨਾ ਵੀ ਰਿਹਾ ਤਕਰੀਬਨ 100% ਰਿਜ਼ਲਟ ਰਿਹਾ ਸਾਡਾ ਹੁਣ ਤੱਕ ਦਾ ITI ਦਾ। ਜਿਹੜੇ ਬੱਚੇ ਵੀ ਥੋੜ੍ਹੀ ਮਿਹਨਤ ਨਾਲ ਕੰਮ ਕਰ ਜਾਂਦੇ ਨੇ ਉਹ ਬਿਲਕੁਲ ਬੇਰੁਜ਼ਗਾਰ ਨਹੀਂ ਰਹਿੰਦੇ। ਮੈਂ ਬੜੇ ਪ੍ਰਾਊਡ ਦੇ ਨਾਲ ਇਹ ਗੱਲ ਕਹਿੰਦਾ ਔਰ ਬੜੇ ਇੱਕ ਦਾਅਵੇ ਦੇ ਨਾਲ ਇਹ ਗੱਲ ਕਹਿੰਦਾ ਕਿ ਜਿਹੜਾ ਬੱਚਾ ITI ਕਰ ਗਿਆ ਕਦੀ ਵੀ ਜੀਵਨ ਦੇ ਵਿੱਚ ਬੇਰੁਜ਼ਗਾਰ ਨਹੀਂ ਰਹਿ ਸਕਦਾ, ਕਿਉਂਕਿ ਸਕਿਲਡ ਕੋਰਸ ਦੀ ਹਰ ਜਗ੍ਹਾ 'ਤੇ ਬਹੁਤ ਡਿਮਾਂਡ ਹੈ। ਆਪਾਂ ਗੱਲ ਕਰ ਰਹੇ ਸੀ ਮਕੈਨਿਕ ਡੀਜ਼ਲ ਦੇ ਕੋਰਸ ਦੇ ਬਾਰੇ ਵਿੱਚ। ਮਕੈਨਿਕ ਡੀਜ਼ਲ ਦੇ ਕੋਰਸ 'ਤੇ ਕਰਨ ਦੇ ਨਾਲ ਬੱਚੇ MES ਦੇ ਵਿੱਚ, ਰੇਲਵੇ ਜਿੰਨੇ ਵੀ ਡਰਾਈਵਰ ਲੱਗਦੇ ਨੇ ਉਹ ਮਕੈਨਿਕ ਡੀਜ਼ਲ ਕੋਰਸ ਦੀ ਬੇਸਿਕ ਐਲੀਜੀਬਿਲਿਟੀ। ਈਵਨ ਦੈਨ ਤੁਹਾਨੂੰ ਮੈਂ ਸਪੈਸ਼ਲੀ ਇੱਕ ਚੀਜ਼ ਦਾ ਹੋਰ ਧਿਆਨ ਦੇਣਾ ਚਾਹੁੰਦਾ, ਰੇਲਵੇ ਨੇ ਇੱਕ ਲੈਟਰ ਜਾਰੀ ਕੀਤੀ ਹੈ ਕਿ ਉਹਦੇ ਵਿੱਚ ਕਿਹਾ ਕਿ ਜਿੰਨੀਆਂ ਵੀ ਤੁਹਾਡੀਆਂ ਅਪੁਆਇੰਟਮੈਂਟਸ ਨੇ, ਚਾਹੇ ਉਹ C ਗ੍ਰੇਡ ਨੇ ਚਾਹੇ D ਗ੍ਰੇਡ ਨੇ, ਵਿਦਆਊਟ ITI ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਚਾਹੇ ਉਹ PN ਵੀ ਰੱਖਣਾ ਉਹਨਾਂ ਨੇ ਤਾਂ ਉਹ ITI ਹੋਲਡਰ ਨੂੰ ਹੀ ਅਪੁਆਇੰਟ ਕਰਦੇ ਨੇ। ਔਰ ਜਿਹੜੇ ਰੇਲਵੇ ਡਰਾਈਵਰ ਨੇ ਉਹ ਸਪੈਸ਼ਲੀ ਮਕੈਨਿਕ ਡੀਜ਼ਲ ਲੱਗਦੇ ਨੇ, ਰੋਡਵੇਜ਼ ਵਿੱਚ ਜਿਹੜੇ ਡਰਾਈਵਰ ਲੱਗਦੇ ਨੇ ਮਕੈਨਿਕ ਡੀਜ਼ਲ ਲੱਗਦੇ ਨੇ। ਮਲਟੀਨੈਸ਼ਨਲ ਕੰਪਨੀਆਂ ਵਿੱਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ, MES ਦੇ ਵਿੱਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ। ਮਕੈਨਿਕ ਡੀਜ਼ਲ ਦੇ ਕੋਰਸ ਕਰਕੇ ਬਹੁਤ ਸਾਰੇ ਬੱਚੇ ਸਾਡੇ ਜਿਹੜੇ ਹੈਗੇ ਨੇ ਸਰਕਾਰੀ ਨੌਕਰੀਆਂ 'ਤੇ ਤਾਇਨਾਤ ਨੇ, ਰੇਲ ਕੋਚ ਫੈਕਟਰੀ ਵਿੱਚ ਤਾਇਨਾਤ ਨੇ, ਰੇਲਵੇ ਵਿੱਚ ਤਾਇਨਾਤ ਨੇ
और बहुत सारे बच्चे MES ਵਿੱਚ तैनात ने और कुछ बच्चों ने जाके विदेश ਦੇ ਵਿੱਚ अपना काम किया, ਮਕੈਨਿਕ ਦਾ ਕੰਮ ਕੀਤਾ, ਵਰਕਸ਼ਾਪ ਦਾ ਕੰਮ ਕੀਤਾ। ਉਹ ਜੌਬ ਕਰਨ ਵਾਲੇ ਲੋਕਾਂ ਨਾਲੋਂ ਬਹੁਤ ਵੱਧ ਕਮਾ ਰਹੇ ਹਨ। ਇਸ ਕਰਕੇ ਜਿਹੜਾ ਮਕੈਨਿਕ ਦਾ ਕੋਰਸ ਹੈ ਇਹ ਵੀ ਬਹੁਤ ਅੱਛਾ ਕੋਰਸ ਹੈ, ਇੰਡੀਆ ਵਾਸਤੇ ਵੀ ਔਰ ਅਬਰੋਡ ਵਾਸਤੇ ਵੀ, ਦੋਨਾਂ ਵਾਸਤੇ ਇਹਦੀ ਬਹੁਤ ਜ਼ਿਆਦਾ ਵੈਲਿਊ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ, ਉਹ 2 ਸਾਲ ਦਾ ਕੋਰਸ ਹੈ। ਇਲੈਕਟ੍ਰੀਸ਼ੀਅਨ ਦੀ ਵੀ ਰੇਲਵੇ ਵਿੱਚ, MES ਦੇ ਵਿੱਚ, ਬਿਜਲੀ ਬੋਰਡ ਦੇ ਵਿੱਚ ਬਹੁਤ ਡਿਮਾਂਡ ਹੈ। ਜਿਵੇਂ ਬੱਚੇ ਜੋਬ ਕੋਰਸ ਕਰਕੇ ਲਾਈਨਮੈਨ ਲੱਗਦੇ ਨੇ, ਉਹ ਮੋਸਟਲੀ ਇਲੈਕਟ੍ਰੀਸ਼ੀਅਨ ITI ਵਾਲਾ ਬੱਚਾ ਹੀ ਉਹਦੇ ਵਾਸਤੇ ਐਲੀਜੀਬਲ ਹੁੰਦਾ ਹੈ। ਇਸ ਤੋਂ ਇਲਾਵਾ ਇਲੈਕਟ੍ਰੀਸਿਟੀ ਦੀ ਜਿੱਥੇ ਵੀ ਜ਼ਰੂਰਤ ਹੈ ਉੱਥੇ ਹੀ ਇਹਦੀ ਇੰਪਲਾਇਮੈਂਟ ਹੈ। ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਜਗ੍ਹਾ 'ਤੇ ਚਲੇ ਜਾਓ, ਇਲੈਕਟ੍ਰੀਸ਼ੀਅਨ ਦੀ ਹਰ ਜਗ੍ਹਾ ਰਿਕੁਆਇਰਮੈਂਟ ਹੈ। ਇਹਦੀਆਂ ਮੋਸਟਲੀ ਪੋਸਟਾਂ ਜਿਹੜੀਆਂ ਹੈਗੀਆਂ ਨੇ, ਮਤਲਬ ਗੌਰਮੈਂਟ ਰੈਗੂਲਰਲੀ ਇਹਦੀਆਂ ਪੋਸਟਾਂ ਨਿਕਲਦੀਆਂ। ਬਹੁਤ ਸਾਰੇ ਕੋਰਸ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਦੀਆਂ ਪੋਸਟਾਂ ਬਹੁਤ ਰੇਅਰ ਨਿਕਲਦੀਆਂ ਨੇ, ਐਜੀਟੇਸ਼ਨਾਂ ਕਰਦੇ ਨੇ ਲੋਕ, ਪਰ ਤੁਸੀਂ ਕਦੇ ਨਹੀਂ ਵੇਖੋਗੇ ਕਿ ITI ਹੋਲਡਰ ਬੱਚੇ ਨੂੰ ਐਜੀਟੇਸ਼ਨ ਕਰਨੀ ਪਵੇ, ਕਿਉਂਕਿ ਜਿੰਨੀ ਕੁ ਪੋਸਟ ਨਿਕਲਦੀ ਹੈ ਐਲੀਜੀਬਲ ਸਟੂਡੈਂਟ ਉਸ ਤੋਂ ਘੱਟ ਮਿਲਦਾ ਹੈ। ਅਤੇ ਇਲੈਕਟ੍ਰੀਸ਼ੀਅਨ ਦੇ ਕੋਰਸ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਵੈਲਡਰ ਦਾ ਕੋਰਸ ਹੈ। ਵੈਲਡਰ ਪਾਸ ਕੀਤੇ ਹੋਏ ਬੱਚੇ ਰੇਲ ਕੋਚ ਫੈਕਟਰੀ ਦੇ ਵਿੱਚ ਜਿੰਨੀਆਂ ਵੀ ਟ੍ਰੇਨਸ ਦੇ ਡੱਬੇ ਵਗੈਰਾ ਬਣਦੇ ਨੇ, ਉਹ ਇੱਕ ਵੈਲਡਰ ਨੇ ਹੀ ਬਣਾਉਣਾ ਹੁੰਦਾ। ਜਿੰਨੀਆਂ ਵੀ ਲੋਹੇ ਦੇ ਨਾਲ ਵੈਲਡ ਹੋ ਕੇ ਬਣਨ ਵਾਲੀਆਂ ਚੀਜ਼ਾਂ ਨੇ, ਉਹ ਇੱਕ ਵੈਲਡਰ ਦੇ ਦੁਆਰਾ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਰੋਡਵੇਜ਼ ਦੇ ਵਿੱਚ, ਵਰਕਸ਼ਾਪਸ ਦੇ ਵਿੱਚ, MES ਦੇ ਵਿੱਚ, ਇਹਨਾਂ ਅਦਾਰਿਆਂ ਦੇ ਵਿੱਚ ਮੋਸਟਲੀ ਬਹੁਤ ਲੋੜ ਹੁੰਦੀ ਹੈ। ਫੋਰਨ ਦੇ ਵਿੱਚ ਵੈਲਡਰ ਦੀ ਬਹੁਤ ਜ਼ਿਆਦਾ ਮੰਗ ਹੈ। ਵਿਦੇਸ਼ ਦੇ ਵਿੱਚ ਵੈਲਡਰ ਕਰਨ ਵਾਲਾ ਬੱਚਾ ਜਿਹੜਾ ਹੈਗਾ ਬਹੁਤ ਅੱਛੀ ਅਰਨਿੰਗ ਕਰ ਸਕਦਾ ਹੈ, ਕਿਉਂਕਿ ਇੱਕ ਸਕਿਲਡ ਕੰਮ ਹੈਗਾ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਕੋਰਸ ਹੈ ਪਲੰਬਰ ਦਾ। ਪਲੰਬਰ ਕੋਰਸ ਕਰਕੇ ਵੀ ਬੱਚਾ ਰੇਲਵੇ ਦੇ ਵਿੱਚ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਰੇਲਵੇ ਦੇ ਵਿੱਚ ਵਾਟਰ ਸਪਲਾਈ ਦਾ, ਟੈਪਸ ਦਾ, ਡੱਬਿਆਂ ਦੇ ਵਿੱਚ ਅਰੇਂਜਮੈਂਟ ਹੁੰਦਾ ਹੈ। ਜਦੋਂ ਉਹਨਾਂ ਦੀ ਸਟੈਬਲਿਸ਼ਮੈਂਟ ਹੁੰਦੀ ਤਾਂ ਪਲੰਬਰ ਦੀ ਮੋਸਟਲੀ ਅਪੁਆਇੰਟਮੈਂਟ ਹੁੰਦੀ ਹੈ। ਜਿੰਨੇ ਰੇਲਵੇ ਆਫਿਸ ਨੇ ਉਹਨਾਂ ਵਿੱਚ ਵੀ ਪਲੰਬਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ। MES ਦੇ ਵਿੱਚ ਇਹਨਾਂ ਦੀ ਅਪੁਆਇੰਟਮੈਂਟ ਕੀਤੀ ਜਾਂਦੀ ਹੈ। ਪਲੰਬਰ ਦਾ ਵਿਦੇਸ਼ ਦੇ ਵਿੱਚ ਬਹੁਤ ਵੱਡਾ ਜ਼ਿਆਦਾ ਡਿਮਾਂਡ ਹੈ, ਕਿਉਂਕਿ ਮੋਸਟਲੀ ਬੱਚੇ ਵਿਦੇਸ਼ ਜਾਣ ਵਾਲੇ ਸਾਡੇ ਕੋਲ ਸਭ ਤੋਂ ਵੱਧ ਬੱਚੇ ਪਲੰਬਰ ਦੇ ਕੋਰਸ ਨੂੰ ਪ੍ਰੈਫਰ ਕਰਦੇ ਹਨ, ਤਾਂ ਕਿ ਅਸੀਂ ਕੋਰਸ ਕਰਕੇ ਜਾਂਦੇ ਹਾਂ ਤਾਂ ਸਾਨੂੰ ਉੱਥੇ ਆਪਣਾ ਸਕਿਲਡ ਜੋਬ ਸਾਨੂੰ ਈਜ਼ੀਲੀ ਮਿਲ ਜਾਏਗੀ, ਜਾਂ ਅਸੀਂ ਪ੍ਰਾਈਵੇਟ ਕੰਮ ਕਰ ਸਕਦੇ ਹਾਂ ਆਪਦਾ ਇਸ ਦੇ ਨਾਲ। ਤਾਂ ਪਲੰਬਰ ਦੀ ਵਿਦੇਸ਼ਾਂ ਵਿੱਚ ਬਹੁਤ ਡਿਮਾਂਡ ਹੈ। ਇਹ 5 ਕੋਰਸ ਸਾਡੀ ITI ਵੱਲੋਂ ਕਰਵਾਏ ਜਾਂਦੇ ਨੇ ਔਰ 5 ਦੀ ਡਿਮਾਂਡ ਹੀ ਦੇਸ਼ ਦੇ ਵਿੱਚ ਅਤੇ ਵਿਦੇਸ਼ ਦੇ ਵਿੱਚ ਬਹੁਤ ਜ਼ਿਆਦਾ ਹੈ। ਮੈਂ ਤੁਹਾਨੂੰ ਇੱਕ ਨਾ ਸਪੈਸ਼ਲੀ ਇਹਦੇ ਵਾਸਤੇ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਕਿ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਪਿੱਛੇ ਜਿਹਾ ਗੌਰਮੈਂਟ ਵੱਲੋਂ ਇੱਕ ਡਿਕਲੇਰੇਸ਼ਨ ਹੋਈ ਸੀ ਕਿ ਬਾਹਰਲੀ ਯੂਨੀਵਰਸਿਟੀ ਵਾਲੇ ਬੱਚੇ ਨੂੰ ਅਸੀਂ ਪੰਜਾਬ ਦੇ ਵਿੱਚ ਜੌਬ ਨਹੀਂ ਦੇਣੀ, ਜਾਂ ਪੰਜਾਬ ਦਾ ਕੀਤਾ ਹੋਇਆ ਬੱਚਾ ਬਾਹਰਲੀ ਯੂਨੀਵਰਸਿਟੀ ਵਿੱਚ ਕੰਮ ਨਹੀਂ ਕਰ ਸਕਦਾ, ਬਾਹਰਲੇ ਕਿਸੇ ਵੀ ਸਟੇਟ ਦੇ ਵਿੱਚ ਜੌਬ ਨਹੀਂ ਕਰ ਸਕਦਾ। ਪਰੰਤੂ ਜਿਹੜਾ ITI ਦਾ ਸਰਟੀਫਿਕੇਟ ਹੈਗਾ, ਇਹ ਆਲ ਓਵਰ ਇੰਡੀਆ ਦੇ ਵਿੱਚ ਫੁੱਲੀ ਵੈਲਿਡ ਹੁੰਦਾ ਹੈ। ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪੰਜਾਬ ਦਾ ਬੱਚਾ ਬਾਹਰ ਕਿਸੇ ਵੀ ਸਟੇਟ ਵਿੱਚ ਜੌਬ ਕਰ ਸਕਦਾ ਔਰ ਬਾਹਰਲੇ ਕਿਸੇ ਵੀ ਸਟੇਟ ਦਾ ਬੱਚਾ ਪੰਜਾਬ ਵਿੱਚ ਆ ਕੇ ਜੌਬ ਕਰ ਸਕਦਾ। ਈਵਨ ਦੈਨ ਇੰਟਰਨੈਸ਼ਨਲੀ ਤੌਰ 'ਤੇ ਵੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ। ਅਬਰੋਡ ਦੇ ਵਿੱਚ ਜਾ ਕੇ ਵੀ ਬੱਚਾ ਇਸੇ ਸਰਟੀਫਿਕੇਟ ਦੇ ਆਧਾਰ ਦੇ ਉੱਪਰ ਹੀ ਜੌਬ ਕਰ ਸਕਦਾ ਹੈ। ਇਹ ਸਰਟੀਫਿਕੇਟ ਜਿਹੜਾ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦੋਨਾਂ ਦੇ ਉੱਪਰ ਹੀ ਮਾਨਤਾ ਪ੍ਰਾਪਤ ਹੈ। ਇਹ ਸਾਰੇ ਕੋਰਸਾਂ ਵਾਸਤੇ ਯੋਗਤਾ ਮੈਟ੍ਰਿਕ ਚਾਹੀਦੀ ਹੈ। ਵੈਲਡਰ ਔਰ ਪਲੰਬਰ ਵਾਸਤੇ 8th ਪਾਸ ਸਟੂਡੈਂਟ ਵੀ ਕਰ ਸਕਦਾ ਹੈ। ਬਾਕੀ ਇਸ ਤੋਂ ਬਾਅਦ ਜਿੰਨੀ ਮਰਜ਼ੀ ਐਲੀਜੀਬਿਲਟੀ ਹੋਵੇ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਸਪੈਸ਼ਲੀ ਕਿ ਬਹੁਤ ਸਾਰੇ ਬੱਚੇ BTech ਕਰਨ ਤੋਂ ਬਾਅਦ, ਗ੍ਰੈਜੂਏਸ਼ਨ ਕਰਨ ਤੋਂ ਬਾਅਦ ਔਰ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ITI ਕਰਨ ਆ ਰਹੇ ਨੇ, ਜਿਵੇਂ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਹਾਂ ITI ਦੀ ਡਿਮਾਂਡ। ਫੋਰ ਐਗਜ਼ਾਮਪਲ ਇੱਕ ਡਿਗਰੀ ਹੋਲਡਰ ਭਾਵ ਕਿ ਇੱਕ BTech SDO ਦੀ ਪੋਸਟ ਵਾਸਤੇ ਐਲੀਜੀਬਲ ਹੁੰਦਾ ਹੈ। ਸਪੋਜ਼ ਕਰੋ SDO ਦੀਆਂ 10 ਪੋਸਟਾਂ ਨਿਕਲਦੀਆਂ ਨੇ, ਤਾਂ ਉਹਦੇ ਕੰਪੈਰੇਟਿਵਲੀ ਇੱਕ SDO ਨੂੰ ਘੱਟ ਤੋਂ ਘੱਟ 10 JEE ਚਾਹੀਦੇ ਨੇ। ਤਾਂ ਉਹਦੇ ਕੰਪੈਰੇਟਿਵਲੀ JEE ਦੀਆਂ 10-10 ਹੋ ਗਈਆਂ ਤਾਂ 100 ਪੋਸਟ ਨਿਕਲੇਗੀ ਔਰ JEE ਨੂੰ 10-10 ਟੈਕਨੀਕਲ ਵਰਕਰ ਚਾਹੀਦੇ ਹੁੰਦੇ ਨੇ ਜਿਹੜੇ ਕਿ ITI ਹੋਲਡਰ ਹੁੰਦੇ ਨੇ, ਔਰ ਉਹਨਾਂ ਦੀ ਪੋਸਟ ਹੁੰਦੇ ਕੰਪੈਰੇਟਿਵਲੀ ਅਗਰ JEE 100 ਹੋ ਗਏ ਤਾਂ ਉਹਨਾਂ ਦੀ ਪੋਸਟ ਆਟੋਮੈਟਿਕਲੀ 1000 ਹੋਊਗੀ। ਔਰ ਜਦੋਂ ਵੀ ਪੋਸਟਾਂ ਨਿਕਲਦੀਆਂ ਨੇ ਤਾਂ ਜਿਹੜੇ ਬੱਚਿਆਂ ਨੇ ਡਿਗਰੀ ਜਾਂ ਪੋਸਟ ਗ੍ਰੈਜੂਏਸ਼ਨ ਬੇਸਿਕ ITI ਤੋਂ ਲੈ ਕੇ ਕੀਤੀ ਹੈ, ਪਹਿਲਾਂ ITI ਕਰਕੇ ਫਿਰ ਡਿਪਲੋਮਾ ਫਿਰ ਡਿਗਰੀ ਕੀਤੀ ਹੈ, ਤਾਂ ਉਹਨਾਂ ਦੇ ਵਿੱਚੋਂ ਬੱਚੇ ਆਟੋਮੈਟਿਕਲੀ ਪ੍ਰਮੋਟ ਹੋ ਜਾਂਦੇ ਨੇ। ਜੇ 10 ਪੋਸਟਾਂ ਦੇ ਵਿੱਚੋਂ 5 ਤਾਂ ਡਿਪਾਰਟਮੈਂਟ ਦੇ ਵੱਲੋਂ ਹੀ ਪ੍ਰਮੋਟ ਹੋ ਗਏ, ਤਾਂ ਉਸ ਤੋਂ ਬਾਅਦ ਉਹ 5 ਪੋਸਟਾਂ ਰਹਿ ਗਈਆਂ, ਤਾਂ ਉਹਦੇ ਵਾਸਤੇ ਕੰਪੀਟੀਸ਼ਨ ਬਹੁਤ ਹਾਰਡ ਹੋ ਜਾਂਦਾ ਹੈ। ਤਾਂ ਫਿਰ ਉਸ ਹਾਇਰ ਕੁਆਲੀਫਿਕੇਸ਼ਨ ਦਾ ਕੋਈ ਫਾਇਦਾ ਨਹੀਂ ਜੇਕਰ ਆਪਾਂ ਨੂੰ ਕਿਤੇ ਪਰਸੂ ਹੀ ਨਹੀਂ ਕਰ ਪਾਉਂਦੇ।
ਆਪਾਂ ਕੋਈ ਵੀ ਲਾइन ज्वाइन करनी है, स्पैशली आप टैक्नीकल लाइन की गल करते हैं, आप ITI की गल कर रहे हैं, तो अगर आप टैक्नीकल लाइन ज्वाइन करनी है, चाहे आप MTech करनी है, चाहे आप PhD करनी है, पर आपको बिगिनिंग ITI तो ही करनी चाहिए है। दूसरा, साडी संस्था दे विच असीं एक होर चीज़ पिछले 3-4 साल तो कर रहे हैं, क्योंकि जिवें जिवें असीं देख रहे हैं कि बच्चों का रुझान बाहर दा बहुत हो रहा है, असीं बच्चों नूं एक एम्पलॉयबिलिटी स्किल का सबजैक्ट हुंदा है, जिहदे विच असीं इंग्लिश स्पीकिंग का कोर्स बेसिक टर्म्स करवाने आ, क्रैश कोर्स करवाने आ, ताकि बच्चे का इंग्लिश का फ्लो थोड़ा जिहा बने, ताकि अगर बच्चा इस तो बाद फॉरन विदेश के भी जाना चाहता है तो आइल्स वगैरह करनी है तो बच्चे नूं कोई दिक्कत नहीं आती, क्योंकि इंग्लिश एक आई वांट टू से दैट इंग्लिश इज़ अ विंडो ऑफ द वर्ल्ड, कि इंग्लिश एक लैंगुएज इहो जी कि आप दुनिया के किसी भी कोने में जाना है तो इंग्लिश के नाल आप किते भी अपने सुझाव रख सकते हैं, किसी की गल नूं समझ सकते हैं। इस करके इंग्लिश का होना बहुत जरूरी है। आप पंजाब नाल जुड़े हैं, पंजाबी तो अपनी माँ बोली है, पर इस दे नाल नाल दुनिया के विचरण वास्ते आपको इस चीज़ की भी जरूरत है, तो जिसनों असीं मुख रखते हुए बच्चों नाल दी नाल इस सिखलाई भी एडिशनल और दिंदे हैं, और जिंदे विच असीं बच्चों तो किसी किस्म का कोई एक्सट्रा फीस चार्ज नहीं करते। ITI के कोर्स के विच ही असीं उन्होंने एक्सट्रा फैसिलिटी इंग्लिश क्रैश कोर्स की भी दे रहे हैं। तुसीं आम देखिया होना कि पिछले समय दे विच 7-8 साल दे विच बहुत सारिया संस्थावां, पॉलीटैक्निक कॉलेज, इंजीनियरिंग कॉलेज, डिग्री कॉलेज बंद हो चुके हैं, पर तकनीकी सिक्ख्या दे नाल संबंधित कोर्स होने करके अते इसकी मंग होने करके ये संस्थावां अजे भी पूर्ण तौर पर कामयाब हैं। इस तो इलावा मैं इलाका निवासियों का भी बड़ा धन्नवादी हाँ कि सानू सारे इलाके वालों बहुत अच्छा सहयोग मिले है। जदों भी किसी बच्चे के फ्यूचर की गल होंदी तो इलाका निवासी साडी संस्था नूं हमेशा पहल दिंदे हैं, चाहे वो बच्चे लिए गौरमेंट जॉब लिए सोच रहे होण, चाहे वो बच्चे के विदेश के सैटलमेंट का सोच रहे होण, चाहे वो बच्चे लिए प्राइवेट बिजनेस सोच रहे होण। इस तो इलावा साडी संस्था का स्टाफ बहुत मेहनती है, बहुत अच्छा सहयोग सानू स्टाफ वालों मिल रहा है, और स्पैशली साडे मैनेजमेंट के जनरल सकत्तर डॉक्टर NS सैनी, उन्हों का बहुत अच्छा सहयोग है। संस्था नूं हर पक्षों पैसे वाले पासों जां मैन पावर वाले पासों जिस की जरूरत होंदी है तो हमेशा साडे नाल खड़े रहिंदे ने, जिस करके ये संस्था दिन दूनी ते रात चौनी तरक्की कर रही है। मैं संबंधित विद्यार्थियों नूं ये संदेश देना चाहना भी कोई भी बच्चा इन्हां कोर्सां संबंधी जानकारी लैनी चाहुंदा है जां ये कोर्सां में दाखला लेना चाहुंदा है, किसी भी वर्किंग डे दे विच वर्किंग टाइम दे विच आके साडे स्टाफ नूं जां मैनूं पर्सनली तौर पर मिल सकता है। असीं उन्हां दी सेवावां लई इत्थे लगातार हाज़र रहिंदे हां।